students, my unique education site to and today's my topic is multiculturalism. All culture coexist. ठीक है, जिस ਵਿੱਚ ਅਸੀਂ multiculturalism ਕੀ ਹੁੰਦਾ ਹੈ, ਇਸ ਵਿੱਚ ਸਾਰੇ ਕਲਚਰਾਂ ਨੂੰ ਕਿਉਂ ਸ਼ਾਮਿਲ ਕੀਤਾ ਗਿਆ ਹੈ, ਇਸ ਦਾ ਕੀ ਕਾਰਨ ਹੈ ਜਾਂ ਇਸ ਦਾ ਕੀ ਪ੍ਰਭਾਵ ਪੈਂਦਾ ਸਾਡੀ ਸੁਸਾਇਟੀ ਤੇ, ਇਸ ਦੇ ਬਾਰੇ ਅਸੀਂ ਮਲਟੀਕਲਚਰਲਿਜ਼ਮ ਦੇ ਵਿੱਚ ਪੜਾਂਗੇ। ਤਾਂ ਸਟੂਡੈਂਟ, ਸਾਡਾ ਅੱਜ ਦਾ ਟੌਪਿਕ ਹੈ ਮਲਟੀਕਲਚਰਲਿਜ਼ਮ। ਤਾਂ ਸਟੂਡੈਂਟਸ, ਮਲਟੀਕਲਚਰਲਿਜ਼ਮ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਸਾਹਮਣੇ ਜਿਹੜੀ ਸਕਰੀਨ ਤੇ ਪਿਕਚਰ ਹੈ ਉਸ ਦੇ ਬਾਰੇ ਗੱਲ ਕਰਦੇ ਹਾਂ। ਇਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਇੱਕ ਅਰਥ ਹੈ ਜਿਸ ਵਿੱਚ ਡਿਫਰੈਂਟ ਲੋਕਾਂ ਨੇ ਉਸਨੂੰ ਇੱਕ ਗੱਠਜੋੜ ਵਿੱਚ ਆਪਸ ਵਿੱਚ ਬੰਨਿਆ ਹੋਇਆ ਹੈ। ਠੀਕ ਹੈ, ਇਸ ਰਾਹੀਂ ਇਹ ਮਲਟੀਕਲਚਰਲਿਜ਼ਮ ਦੇ ਕਨਸੈਪਟ ਨੂੰ ਸ਼ੋ ਕੀਤਾ ਗਿਆ ਹੈ ਕਿ ਅਲੱਗ-ਅਲੱਗ ਕਲਚਰ ਦੇ ਲੋਕ ਹੈ ਜਿਹੜੇ ਆਪਸ ਵਿੱਚ ਮਿਲ ਕੇ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਦੇ ਹੈ ਜਿਸ ਵਿੱਚ ਕੀ ਹੈ ਸਰਕਾਰ ਦੀ ਚਾਹੇ ਕਿਸੇ ਵੀ ਪ੍ਰਕਾਰ ਦੀ ਨੀਤੀ ਹੈ ਉਸਨੂੰ ਜਿਹੜਾ ਉਹਨਾਂ ਸਾਰਿਆਂ ਦਾ ਇਫੈਕਟ ਹੈ ਜਿਹੜਾ ਇਕੁਅਲੀ ਹੈ ਜਿਹੜਾ ਸਾਰੇ ਤਰ੍ਹਾਂ ਦੇ ਸਮਾਜ ਦੇ ਧਰਮ ਜਾਂ ਨਸਲ ਤੇ ਪੈਂਦਾ ਹੈ। ਠੀਕ ਹੈ, ਇਸ ਵਿੱਚ ਭਾਵੇਂ ਇਸ ਮਲਟੀਕਲਚਰਲਿਜ਼ਮ ਰਾਹੀਂ ਜਿਹੜਾ ਹੈ ਵਿਭਿੰਨਤਾ ਦੇ ਤੱਤ ਨੂੰ ਪੇਸ਼ ਕੀਤਾ ਗਿਆ ਹੈ। ਫੋਰ ਐਗਜ਼ਾਮਪਲ ਜਿਵੇਂ ਕਿ ਸਾਡਾ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਵਿੱਚ ਜਿਹੜਾ ਇੰਡੀਆ ਇੱਕ ਅਜਿਹੀ ਕੰਟਰੀ ਜਿੱਥੇ ਕੀ ਹੈ ਧਰਮ, ਜਾਤੀ, ਨਸਲ ਅਲੱਗ-ਅਲੱਗ ਤਰ੍ਹਾਂ ਦੇ ਲੋਕ ਹੈ ਜਿਹੜੇ ਰਹਿੰਦੇ ਹੈ। ਪਰ ਸਰਕਾਰ ਜਦੋਂ ਉਹ ਅਜਿਹੇ ਜਦੋਂ ਆਪਣੀ ਨੀਤੀਆਂ ਦਾ ਨਿਰਮਾਣ ਕਰਦੀ ਹੈ ਤਾਂ ਉਹਨਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਨੀਤੀਆਂ ਦਾ ਨਿਰਮਾਣ ਕਰਦੀ ਹੈ। ਠੀਕ ਹੈ, ਨਾ ਕੇਵਲ ਉਹ ਨਾ ਅਮੀਰ ਵਰਗ ਨੂੰ ਧਿਆਨ ਵਿੱਚ ਰੱਖੇ, ਨਾ ਗਰੀਬ ਵਰਗ ਨੂੰ, ਨਾ ਪਛੜੇ ਸ਼੍ਰੇਣੀ ਨੂੰ, ਬਲਕਿ ਸਾਰਿਆਂ ਨੂੰ ਨਾਲ ਲੈਂਦੇ ਹੋਏ ਆਪਣੇ ਜਿਹੜੇ ਸ਼ਾਸਨ ਸੰਬੰਧੀ ਰਣਨੀਤੀ ਹੈ ਜਿਹੜੀ ਉਸਨੂੰ ਤਿਆਰ ਕਰੇਗੀ, ਦੈਨ ਉਹਨਾਂ ਨੂੰ ਇੰਪਲੀਕੇਸ਼ਨ ਹੈ ਜਿਹੜੀ ਉਹਦੀ ਕਰੇਗੀ। तो स्टूडेंट्स, मल्टीकल्चरलिज्म ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਜਾਣ ਲੈਂਦੇ ਹਾਂ ਜਦੋਂ ਮਲਟੀਕਲਚਰਲਿਜ਼ਮ ਦੀ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਨਾ ਤਾਂ ਕਿਸੇ ਤਰ੍ਹਾਂ ਦੀ ਛੂਤ-ਛਾਤ ਹੋਏਗੀ, ਨਾ ਭੇਦਭਾਵ ਹੋਏਗਾ, ਨਾ ਧਰਮ, ਜਾਤੀ, ਨਸਲ ਦੇ ਆਧਾਰ ਤੇ ਕਿਸੇ ਵੀ ਵਰਗ ਨੂੰ ਜਿਹੜੀ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਵੇਗੀ। ਠੀਕ ਹੈ, ਇਸ ਵਿੱਚ ਕੀ ਹੈ ਅਲੱਗ-ਅਲੱਗ ਕਲਚਰ ਹੈ ਜਦ ਇੱਕੋ ਆਪਸ ਵਿੱਚ ਮਿਲ ਕੇ ਇੱਕ ਸਮਾਜ ਦਾ ਨਿਰਮਾਣ ਕਰਦੇ ਹਨ ਤਾਂ ਕੀ ਹੈ ਉਹਨਾਂ ਵਿੱਚ ਏਕਤਾ ਡਿਵੈਲਪ ਹੁੰਦੀ ਹੈ, ਇੱਕ ਦੂਜੇ ਲਈ ਆਪਸੀ ਭਾਈਚਾਰੇ ਦੀ ਭਾਵਨਾ ਜਿਹੜੀ ਡਿਵੈਲਪ ਹੁੰਦੀ ਹੈ। ਠੀਕ ਹੈ, ਤਾਂ ਨਾ ਹੁਣ ਅੱਜ ਸਾਡੇ ਟੌਪਿਕ ਵਿੱਚ ਕੀ ਕੁਛ ਹੈ ਉਸ ਦੇ ਬਾਰੇ ਥੋੜਾ ਜਿਹਾ ਪੜ੍ਹ ਲੈਂਦੇ ਹਾਂ। ਸਭ ਤੋਂ ਪਹਿਲਾਂ ਹੈ multiculturalism, meaning, features and debates. ठीक है, then thick and thin multiculturalism, cultural rights and recognition, and multiculturalism and Indian context. ਇਹ ਸਾਡੀ ਮਲਟੀਕਲਚਰਲਿਜ਼ਮ ਦੀ ਫਸਟ ਵੀਡੀਓ ਸੀ। ਇਸ ਦੀ ਸੈਕੰਡ ਵੀਡੀਓ ਵਿੱਚ ਅਸੀਂ ਮਲਟੀਕਲਚਰਲਿਜ਼ਮ ਦੇ ਕ੍ਰਿਟਿਸਿਜ਼ਮ ਬਾਰੇ ਗੱਲ ਕਰਾਂਗੇ। ਓਕੇ ਸਟੂਡੈਂਟਸ, तो ਇਹ ਸਾਡਾ ਅੱਜ ਦਾ ਟੌਪਿਕ once again ਦੁਆਰਾ ਹੈ ਮਲਟੀਕਲਚਰਲਿਜ਼ਮ। ਨਾਓ ਹੁਣ ਅਸੀਂ ਮਲਟੀਕਲਚਰਲਿਜ਼ਮ ਦੇ ਮੀਨਿੰਗ ਐਂਡ ਡਾਇਮੈਂਸ਼ਨਸ ਦੀ ਗੱਲ ਕਰਦੇ ਹਾਂ। ਠੀਕ ਹੈ, ਮੀਨਿੰਗ ਐਂਡ ਡਾਇਮੈਂਸ਼ਨਸ ਵਿੱਚ ਸਭ ਤੋਂ ਪਹਿਲਾਂ ਮੀਨਿੰਗ ਦੀ ਗੱਲ ਕਰਦੇ ਹਾਂ ਜਿਸ ਵਿੱਚ ਕਿਹਾ ਗਿਆ ਹੈ ਕਿ ਐਨ ਆਈਡੀਆ ਫੋਰਸਡ ਔਨ ਦ ਵੇ ਇਨ ਵਿਚ ਸੋਸਾਇਟੀ ਐਂਡ ਦੀ ਨੇਸ਼ਨ should respond to the culture and religious differences। ਇਹ ਅਜਿਹਾ ਆਈਡੀਆ ਹੈ ਜਿਸ ਵਿੱਚ ਸਰਕਾਰ ਹੈ ਜਿਹੜੀ ਕਿਸੇ ਤਰ੍ਹਾਂ ਦੀ ਜਾਂ ਨੇਸ਼ਨ ਹੈ, ਠੀਕ ਹੈ, ਜਾਂ ਰਾਸ਼ਟਰ ਹੈ, ਜੋ ਸਮਾਜ ਹੈ, ਕਿਸੇ ਤਰ੍ਹਾਂ ਦੀ ਜਦੋਂ ਉਸਨੂੰ ਆਪਣੇ ਆਈਡੀਆਜ਼ ਦਾ ਨਿਰਮਾਣ ਕਰਨਾ ਪੈਂਦਾ ਹੈ, ਰਿਸਪੌਂਡ ਕਰਨਾ ਪੈਂਦਾ ਆਈਡੀਆ ਸੰਬੰਧੀ, ਨੀਤੀ ਸੰਬੰਧੀ, ਤਾਂ ਉਸਨੂੰ ਕਲਚਰ ਐਂਡ ਰਿਲੀਜੀਅਸ ਡਿਫਰੈਂਸਿਸ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਆਪਣਾ ਆਈਡੀਆਜ਼ ਹੈ ਜਿਹੜਾ ਜਾਂ ਰਣਨੀਤੀ ਹੈ ਜਿਹੜੀ ਬਣਾਉਣੀ ਪੈਂਦੀ ਹੈ। ਠੀਕ ਹੈ, ਮਲਟੀਕਲਚਰਲਿਜ਼ਮ ਹੈ ਜਿਹੜਾ ਇਹ ਪ੍ਰੋਟੈਕਟਿੰਗ ਰਾਈਟਸ ਐਂਡ ਪ੍ਰਿਵਿਲੇਜਸ ਆਫ ਡਿਫਰੈਂਟ ਗਰੁੱਪਸ ਹੈ ਜਿਹੜਾ ਉਹਨਾਂ ਦੀ ਪ੍ਰੋਟੈਕਟਿੰਗ ਰਾਈਟਸ ਦੀ ਇੱਕ ਪ੍ਰੋਟੈਕਟਿੰਗ ਕਰਦਾ ਹੈ। ਕਿਹਨਾਂ ਦੀ ਜਿਹੜੇ ਡਿਸਐਡਵਾਂਟੇਜ ਨੇ, ਮਾਈਨੋਰਟੀਜ਼ ਨੇ, ਵੂਮੈਨਸ ਨੇ, LGBT ਨੇ ਜਾਂ ਡਿਸੇਬਲ ਗਰੁੱਪਸ ਨੇ। ਠੀਕ ਹੈ, ਨਾਓ ਹੁਣ ਅਸੀਂ ਇਸ ਦੇ ਡਾਇਮੈਂਸ਼ਨਸ ਦੀ ਗੱਲ ਕਰਦੇ ਹਾਂ। ਡਾਇਮੈਂਸ਼ਨਸ ਵਿੱਚ ਦੱਸਿਆ ਗਿਆ ਕਿ ਇੱਕ ਸੋਸ਼ਲ ਫੈਕਟ ਹੈ, ਠੀਕ ਹੈ, ਆਈਡੀਆ ਹੈ, ਪੋਲਿਸੀ ਐਂਡ ਥਿਅਰੀ ਹੈ। ਠੀਕ ਹੈ, ਪਿਲਰ ਆਫ ਮਾਡਰਨ ਪੋਲੀਟੀਕਲ ਕਨਸੈਪਟ ਹੈ ਜਿਸ ਵਿੱਚ ਕਿ ਜਸਟਿਸ, ਰਾਈਟਸ, ਇਕੁਐਲਿਟੀ, ਲਿਬਰਟੀ, ਡੈਮੋਕ੍ਰੇਸੀ, ਠੀਕ ਹੈ, ਇਸ ਦੀ ਗੱਲ ਕੀਤੀ ਜਾਂਦੀ ਹੈ। ਠੀਕ ਹੈ, ਥਰਡ ਪੁਆਇੰਟ ਵਿੱਚ ਗਿਆ ਹੈ ਕਿ ਲਿਬਰਲ ਆਈਡੀਓਲੋਜੀ ਵਿੱਚ ਜਿਹੜਾ ਇਸ ਵਿੱਚ ਆਟੋਨੋਮੀ, ਰਾਈਟਸ, ਲਿਬਰਟੀ, ਇਕੁਐਲਿਟੀ, ਡਿਗਨਿਟੀ, ਟੋਲਰੈਂਸ, ਜਸਟਿਸ ਐਂਡ ਇੰਡੀਵਿਜੂਅਲਿਜ਼ਮ ਦੀ ਗੱਲ ਹੈ ਜਿਹੜੀ ਕੀਤੀ ਗਈ ਹੈ।
ठीक है। उदारवादी ਜਿਹੜੇ ਕਨਸੈਪਟ ਨੇ ਉਹਨਾਂ ਨੂੰ ਵੀ ਮਲਟੀਕਲਚਰਲਿਜ਼ਮ ਵਿੱਚ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਨੈਕਸਟ ਹੈ ਮਲਟੀਕਲਚਰਲਿਜ਼ਮ ਪੋਸਟ ਜਿਹੜੇ ਹੈ ਮਲਟੀਕਲਚਰਲਿਜ਼ਮ ਰਾਹੀਂ ਜਿਹੜਾ ਉਦਾਰਵਾਦੀ ਰਾਜਨੀਤੀ ਨੂੰ ਜਿਹੜੇ ਕਈ ਤਰ੍ਹਾਂ ਦੇ ਚੈਲੰਜਸ ਦੇਖਣ ਨੂੰ ਮਿਲੇ ਨੇ, ਜਿਸ ਵਿੱਚ ਕੀ ਹੈ ਹਰੇਕ ਕਲਚਰ ਨੂੰ ਇਕੁਅਲਿਟੀ ਜਿਹੜਾ ਹੈ ਜਾਂ ਸਰਵਭੌਮਿਕ ਅਧਿਕਾਰ ਪ੍ਰਦਾਨ ਕਰਨ ਸੰਬੰਧੀ ਜਿਹੜੇ ਡਿਫਰੈਂਟ ਕਲਚਰਸ ਨੂੰ ਧਿਆਨ ਵਿੱਚ ਰੱਖ ਕੇ ਰਣਨੀਤੀ ਬਣਾਉਣ ਸੰਬੰਧੀ ਜਿਹੜੇ ਚੈਲੰਜਸ ਦੇਖਣ ਨੂੰ ਮਿਲੇ ਹਨ। ਠੀਕ ਹੈ। Fifth point है liberal democratic government face the challenges how to accommodate culture and ethic claim within the overall frame of the right and justice कि इक्वालिटी संबंधी राइट्स एंड जस्टिस प्रोवाइड करवा के एक फ्रेमवर्क पैदा करना, ठीक है, फ्रेमवर्क बनाना उदारवादी राजनीति ਲਈ ਇੱਕ ਚੈਲੰਜਸ ਦੇ ਰੂਪ ਵਿੱਚ ਸਾਹਮਣੇ ਆਏ ਹਨ। ਸੋ ਨਾਓ ਹੁਣ ਅਸੀਂ ਪੜ੍ਹਦੇ ਹਾਂ ਮਲਟੀਕਲਚਰਲਿਜ਼ਮ ਦੇ ਮੀਨਿੰਗ ਬਾਰੇ। ਮਲਟੀਕਲਚਰਲਿਜ਼ਮ ਦੇ ਮੀਨਿੰਗ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ ਅਜਿਹੀ ਸੁਸਾਇਟੀ ਹੈ ਜਿਸ ਵਿੱਚ ਕੀ ਹੈ ਡੈਮੋਕ੍ਰੈਟਿਕ ਨੇਸ਼ਨ ਦੇ ਰੂਪ ਵਿੱਚ ਜਦ ਇੱਕ ਸਟੇਟ ਹੈ ਜਿਹੜਾ ਡਾਈਵਰਸ ਰੂਪ ਵਿੱਚ different caste ways of life beliefs religious cultures, ਠੀਕ ਹੈ, ਦੇ ਨਾਲ ਜਿਹੜਾ ਨਾਲ disadvantaged groups minority women and disabled groups ਦੇ ਰੂਪ ਵਿੱਚ ਪਾਇਆ ਜਾਂਦਾ ਹੈ ਤਾਂ ਅਸੀਂ ਉਸ ਨੂੰ ਕੀ ਕਹਿੰਦੇ ਆ ਮਲਟੀਕਲਚਰਲਿਜ਼ਮ। ਓਕੇ। ਸੋ ਮਲਟੀਕਲਚਰਲਿਜ਼ਮ ਦੇ ਅੰਡਰ ਹੈ ਜਿਹੜਾ ਇੱਕ ਕਲਚਰ ਆਇਡੈਂਟੀਟੀ, ਹਰੇਕ ਕਲਚਰ ਦੀ ਇੱਕ ਆਇਡੈਂਟੀਟੀ ਹੁੰਦੀ ਹੈ ਜਿਸ ਨੂੰ ਅਸੀਂ ਜਾਣਦੇ ਹਾਂ। ਠੀਕ ਹੈ। ਪ੍ਰਜਾਤੰਤਰ ਦੇ ਸਿਧਾਂਤ ਵਿੱਚ ਹੁਣ ਮਲਟੀਕਲਚਰਲਿਜ਼ਮ ਦਾ ਇੱਕ ਵਿਸ਼ੇਸ਼ ਸਥਾਨ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇਸਨੇ ਕੀ ਹੈ ਰਾਜ ਦੇ ਅੰਦਰ ਜਿੰਨੇ ਵੀ ਕਮਜ਼ੋਰ ਵਰਗ ਸੀਗੇ ਉਹਨਾਂ ਦੀ ਸੰਸਕ੍ਰਿਤੀ ਸਮੁਦਾਇ ਸੰਬੰਧੀ ਜਿਹੜੇ ਆਪਣਾ ਇਹ ਭੇਦਭਾਵ ਸੰਬੰਧੀ ਜੋ ਵੀ ਅਤਿਆਚਾਰ ਭੋਗ ਰਹੇ ਸੀ ਉਹਨਾਂ ਨੂੰ ਕੀ ਹੈ ਉਸ ਦੇ ਸੰਬੰਧੀ ਧਿਆਨ ਖਿੱਚਿਆ ਹੈ। ਨਾਲ ਹੀ ਇਹ ਦਰਸਾਇਆ ਹੈ ਕਿ ਗੈਰ ਭੇਦਭਾਵ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਦਾਰਵਾਦੀ ਸਿਧਾਂਤ ਦੀ ਪ੍ਰਭੁਤਵਸ਼ਾਲੀ ਪਰੰਪਰਾਵਾਂ ਵਿੱਚ ਬੁਨਿਆਦੀ ਪੁਨਰ ਵਿਚਾਰ ਦੀ ਜ਼ਰੂਰਤ ਨੂੰ ਪੈਦਾ ਕੀਤਾ ਹੈ। ਠੀਕ ਹੈ। ਨਾਓ ਹੁਣ ਅਸੀਂ ਇਸ ਦੇ ਕਰੈਕਟਰਿਸਟਿਕਸ ਬਾਰੇ ਗੱਲ ਕਰਦੇ ਹਾਂ। ਆਈਡੀਆ ਆਫ ਨॉन ਡਿਸਕ੍ਰਿਮੀਨੇਸ਼ਨ ਭਾਵ ਕਿ ਕਿਸੇ ਦੇ ਮਲਟੀਕਲਚਰਲਿਜ਼ਮ ਵਿੱਚ ਕਿਸੇ ਤਰ੍ਹਾਂ ਦਾ ਨॉन ਡਿਸਕ੍ਰਿਮੀਨੇਸ਼ਨ ਭਾਵ ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਂਦਾ। ਸੈਕੰਡ ਹੈ ਪ੍ਰਮੋਟਿੰਗ ਕਲਚਰ ਡਾਇਵਰਸਿਟੀ ਕਿ ਕਲਚਰ ਡਾਇਵਰਸਿਟੀ ਹੈ ਜਿਹੜੀ ਉਸ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਜੇ ਡਿਫਰੈਂਟ ਕਲਚਰ ਹੈ ਜਿਹੜੇ ਇੱਕ ਮਿਲ ਕੇ ਇੱਕ ਕਲਚਰ ਬਣਾਉਂਦੇ ਹਨ। ਹੋਮੋ ਜਨਰੇਟਿੰਗ, ਠੀਕ ਹੈ, ਰਾਜ ਸਰਜਾਤੀਆਂ ਕਿ ਰਾਸ਼ਟਰ ਰਾਜ ਸਰਜਾਤੀਆਂ ਕਿ ਇੱਕ ਵੱਖ-ਵੱਖ ਜਿਹੜੇ ਕਲਚਰ ਮਿਲ ਕੇ ਵੱਖ-ਵੱਖ ਜਾਤੀਆਂ ਮਿਲ ਕੇ ਇੱਕ ਰਾਸ਼ਟਰ ਬਣਾਉਂਦੀਆਂ ਨੇ। ਠੀਕ ਹੈ। ਜਿਸ ਨਾਲ ਕੀ ਹੈ ਇਹ ਦੇਸ਼ ਵਿੱਚ ਏਕਤਾ ਅਤੇ ਅਖੰਡਤਾ ਪੈਦਾ ਹੁੰਦੀ ਹੈ। ਫੋਰਥ ਪੁਆਇੰਟ ਹੈ ਮਿਨੋਰਟੀ ਕਮਿਊਨਿਟੀਜ਼ ਦੇ ਅਸੀਮੀਲੇਸ਼ਨ ਦੀ ਪ੍ਰੋਸੈਸ ਹੈ ਕਿ ਇਸ ਵਿੱਚ ਕੀ ਅਲੱਗ-ਅਲੱਗ ਮਿਨੋਰਟੀ ਕਲਾਸ ਜਿੰਨੀਆਂ ਵੀ ਨੇ ਕਮਿਊਨਿਟੀਜ਼ ਨੇ, ਠੀਕ ਹੈ, ਵੂਮੈਨ, ਠੀਕ ਹੈ, ਐਲਸੀਬੀਟੀ ਜਾਂ ਬੌਧਿਸਟ ਜੈਨਿਸ ਇਹ ਸਾਰੇ ਮਿਲ ਕੇ ਉਹਨਾਂ ਦੇ ਸਮਾਹਿਤੀਕਰਨ ਭਾਵ ਕਿ ਉਹਨਾਂ ਨੂੰ ਵੀ ਸ਼ਾਮਿਲ ਕਰਨ ਦੀ ਪ੍ਰੋਸੈਸ ਹੈ। ਫਿਫਥ ਪੁਆਇੰਟ ਹੈ ਪ੍ਰੋਜੈਕਟ ਆਫ ਡੀਸੈਂਟਰਲਾਈਜੇਸ਼ਨ ਇੱਕ ਡੀਸੈਂਟਰਲਾਈਜੇਸ਼ਨ ਹੈ ਜਿਹੜਾ ਕੀਤਾ ਜਾਂਦਾ ਹੈ ਪਾਵਰਸ ਦਾ। ਠੀਕ ਹੈ। ਓਵਰਆਲ ਰੀਡਨੈਸ ਆਫ ਸੋਸਾਇਟੀ ਸਮਾਜ ਦੀ ਸਮੁੱਚੀ ਖੁਸ਼ਹਾਲੀ ਦੇ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰੋਸੈਸ ਹੈ। ਠੀਕ ਹੈ। ਡਿਫਰੈਂਟ ਕਲਚਰ ਰਿਲੀਜੀਅਸ ਆਈਡੀਆਜ਼ ਬਲੀਫਸ ਨੂੰ ਅਸੀਮੀਲੇਸ਼ਨ ਕਰਨ ਦੀ ਪ੍ਰੋਸੈਸ ਹੈ। ਮਲਟੀਕਲਚਰਲਿਜ਼ਮ ਹੈ ਜਿਹੜਾ ਉਹ ਪਲੂਰਲਿਜ਼ਮ ਡਾਇਵਰਸਿਟੀ ਇਹਨਾਂ ਸਭ ਦੀ ਵੀ ਇੱਕ ਪ੍ਰੋਸੈਸ ਹੈ। ਠੀਕ ਹੈ। So the meaning of multiculturalism is more than show the pluralistic value ਕਿ pluralistic values ਨੂੰ ਕੀ ਹੈ ਸ਼ੋ ਕਰਨ ਦੀ ਇੱਕ ਪ੍ਰੋਸੈਸ ਹੈ। ਠੀਕ ਹੈ। ਉਦਾਰਵਾਦੀ ਲੋਕਤੰਤਰ ਅਧੀਨ ਘੱਟ ਗਿਣਤੀਆਂ ਦੇ ਨਾਲ ਹੈ ਜਿਹੜਾ ਉਹਨਾਂ ਨੂੰ ਵੀ ਅਸੀਮੀਲੇਟ ਹੈ ਜਿਹੜਾ ਕੀਤਾ ਜਾਂਦਾ ਹੈ। ਤਾਂ ਇਹ ਸੀ ਮਲਟੀਕਲਚਰਲਿਜ਼ਮ ਦੀਆਂ ਕਰੈਕਟਰਿਸਟਿਕਸ। ਠੀਕ ਹੈ। ਇਸ ਵਿੱਚ ਅਸੀਂ ਮਲਟੀਕਲਚਰਲਿਜ਼ਮ ਦੇ ਮੀਨਿੰਗ ਬਾਰੇ ਵੀ ਪੜ੍ਹਿਆ ਤੇ ਇਹਨਾਂ ਕਰੈਕਟਰਿਸਟਿਕਸ ਰਾਈਜ਼ ਇਹ ਜਾਣਦੇ ਹਾਂ ਕਿ ਮਲਟੀਕਲਚਰਲਿਜ਼ਮ ਹੈ ਜਿਹੜਾ ਡਿਫਰੈਂਟ ਕਲਚਰਸ ਨੂੰ ਮਿਲਾ ਕੇ ਕਲਚਰ ਬਣਾਉਂਦਾ ਹੈ ਜਿਸ ਵਿੱਚ ਕਿਸ ਤਰ੍ਹਾਂ ਦੀ ਨॉन ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ ਹੈ, ਡੀਸੈਂਟਰਲਾਈਜੇਸ਼ਨ ਕੀਤਾ ਜਾਂਦਾ ਹੈ। ਠੀਕ ਹੈ। ਔਰ ਸਮਾਜ ਦੀ ਖੁਸ਼ਹਾਲੀ ਲਈ ਇੱਕ ਕੰਮ ਹੈ ਜਿਹੜੇ ਕੀਤੇ ਜਾਂਦੇ ਹਨ। ਨੈਕਸਟ ਹੈ ਮਲਟੀਕਲਚਰਲਿਜ਼ਮ ਥਰੂ ਕੀ ਹੈ ਇਸ਼ੂਜ਼ ਆਫ ਨॉन ਡਿਸਕ੍ਰਿਮੀਨੇਸ਼ਨ ਦੀ ਗੱਲ ਕੀਤੀ ਗਈ ਹੈ, ਲਿਬਰਲਿਜ਼ਮ ਦੀ ਗੱਲ ਕੀਤੀ ਗਈ ਹੈ, ਮਾਰਕਸਿਜ਼ਮ ਪੱਤੀ ਤੇ ਮੁੱਦੇ ਤੇ ਵੀ ਵਿਚਾਰ ਕੀਤਾ ਗਿਆ ਹੈ। ਠੀਕ ਹੈ। ਇਸ ਦੀ ਕਰੈਕਟਰਿਸਟਿਕਸ ਹੀ ਨੇ। ਠੀਕ ਹੈ। ਨੈਕਸਟ ਹੈ ਮਲਟੀਕਲਚਰਲਿਜ਼ਮ ਇਜ਼ ਅ ਟੌਪਿਕ ਆਫ ਇਕੁਐਲਿਟੀ ਬਿਫੋਰ ਲਾਅ ਨॉन ਡਿਸਕ੍ਰਿਮੀਨੇਸ਼ਨ ਫਰੀडम। ਠੀਕ ਹੈ। ਇਹ ਸਭ ਕੁਝ ਹੈ ਜਿਹੜਾ ਮਲਟੀਕਲਚਰਲਿਜ਼ਮ ਦੇ ਇੱਕ ਕਰੈਕਟਰਿਸਟਿਕਸ ਨੇ।
ਨੈਕਸਟ ਹੈ ਡੈਫੀਨੇਸ਼ਨ। ਡੈਫੀਨੇਸ਼ਨ ਵਿੱਚ ਸਭ ਤੋਂ ਪਹਿਲਾਂ ਹੈ ਮਾਰਗਾਰੇਟ ਰਾਜ, ਠੀਕ ਹੈ। ਉਹਨਾਂ ਦੇ ਅਕੋਰਡਿੰਗ ਇਹ ਕਿਹਾ ਗਿਆ ਹੈ ਕਿ ਸਮੁਦਾਇ ਦੀ ਮੈਂਬਰਸ਼ਿਪ ਵਿਅਕਤੀ ਅਨੁਭਵ ਦੀ ਸੰਰਚਨਾ ਕਰਦੀ ਹੈ, ਜਿਸ ਵਿੱਚ ਕੀ ਹੈ ਇੱਕ ਰੂਪਰੇਖਾ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਵਿਅਕਤੀ ਰਿਲੇਸ਼ਨ ਵਿੱਚ ਜਿਹੜਾ ਡਿਫਰੈਂਟ ਗਰੁੱਪਸ ਕਲਚਰਸ ਨੇ ਤੇ ਡਾਇਵਰਸਿਟੀ ਹੈ ਜਿਹੜੀ ਪਾਈ ਜਾਂਦੀ ਹੈ। ਸੈਕਿੰਡ ਹੈ ਕਮਾਈਲਿਕਾ। ਕਮਾਈਲਿਕਾ ਕਹਿੰਦੀ ਹੈ ਕਿ ਜਦੋਂ ਅਸੀਂ ਵਿਅਕਤੀ ਨਾਲ ਉਹਨਾਂ ਦੀ ਸੰਸਕ੍ਰਿਤੀ ਦੀ ਪਛਾਣ ਨੂੰ ਤਿਆਗਣ ਦੀ ਆਸ ਕਰਦੇ ਹਾਂ ਤਾਂ ਅਸੀਂ ਅਸਲ ਵਿੱਚ ਉਹਨਾਂ ਨੂੰ ਅਜਿਹੀ ਵਸਤੂ ਤੋਂ ਵਾਂਝਾ ਕਰ ਰਹੇ ਹੁੰਦੇ ਹਨ ਜੋ ਵਾਜਬ ਹੱਕ ਜਿਸ ਉੱਪਰ ਉਹਨਾਂ ਦਾ ਵਾਜਬ ਹੱਕ ਹੁੰਦਾ ਹੈ। ਭਾਵ ਕਿ ਉਹਨਾਂ SC BC ਕਾਸਟ ਨੇ ਜਾਂ ਮਿਨੋਰਟੀ ਕਾਸਟ ਨੇ ਉਹਨਾਂ ਨੂੰ ਜਦੋਂ ਉਹਨਾਂ ਦੀ ਕਾਸਟ ਛੱਡ ਕੇ ਕਿਸੇ ਹੋਰ ਕਾਸਟ ਵਿੱਚ ਸ਼ਾਮਿਲ ਹੋਣ ਲਈ ਕਿਹਾ ਜਾਂਦਾ ਹੈ ਤਾਂ ਉਹ ਕੀ ਹੈ ਉਹਨਾਂ ਨੂੰ ਵਾਂਝਾ ਜਦੋਂ ਅਸੀਂ ਕਰ ਰਹੇ ਹੁੰਦੇ ਹਾਂ ਤਾਂ ਇਹ ਇੱਕ ਉਹ ਅਧਿਕਾਰ ਹੈ ਜੋ ਕਿ ਉਹਨਾਂ ਨੂੰ ਵਾਜਬ ਰੂਪ ਵਿੱਚ ਪ੍ਰਾਪਤ ਹੈ, ਠੀਕ ਹੈ। ਨੈਕਸਟ ਹੈ ਥਰਡ ਪੁਆਇੰਟ ਹੈ ਚਾਰਲਸ ਟੇਲਰ। ਚਾਰਲਸ ਟੇਲਰ ਕਹਿੰਦੇ ਹਨ ਕਿ ਅਸੀਂ ਆਪਣੀ ਵਿਰਾਸਤ ਤੇ ਕੋਈ ਯੋਗਦਾਨ ਨਹੀਂ ਕਰ ਸਕਦੇ ਤਾਂ ਘੱਟ ਤੋਂ ਘੱਟ ਇਹ ਸੁਨਿਸ਼ਚਿਤ ਕਰੀਏ ਕਿ ਸਾਡੀ ਵਿਵਿਧਤਾ ਬਚੀ ਰਹੇ ਤੇ ਅਸੀਂ ਖਤਮ ਨਾ ਹੋਣ, ਠੀਕ ਹੈ। ਚਾਰਲਸ ਟੇਲਰ ਕਹਿੰਦੇ ਹਨ ਕਿ ਵਿਰਾਸਤ ਜਿਹੜਾ ਜਦੋਂ ਅਸੀਂ ਵਿਰਾਸਤ ਦੇ ਸੰਬੰਧੀ ਜਿਹੜਾ ਮਲਟੀਕਲਚਰਲਿਜ਼ਮ ਦੀ ਗੱਲ ਕਰਦੇ ਹਾਂ ਇਸ ਵਿੱਚ ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਜਿਹੜੀ ਸਾਡੀ ਵਿਵਿਧਤਾ ਹੈ, ਸਾਡੀ ਕੁਆਲਿਟੀਜ਼ ਹੈ, ਜਿਹੜੀ ਹੈ ਜਿਹੜੀ ਵਾਸਤਵਿਕਤਾ ਹੈ ਉਹ ਬਚੀ ਰਵੇ ਤੇ ਕਿਸੇ ਤਰ੍ਹਾਂ ਨਾਲ ਖਤਮ ਨਾ ਹੋ ਜਾਵੇ। ਨਾਓ ਹੁਣ ਅਸੀਂ ਥੋੜਾ ਜਿਹਾ ਮਲਟੀਕਲਚਰਲਿਜ਼ਮ ਦੇ ਮੀਨਿੰਗ ਬਾਰੇ ਥੋੜਾ ਜਿਹਾ ਡਿਫਾਈਨ ਕਰ ਲੈਂਦੇ ਹਾਂ, ਠੀਕ ਹੈ। ਆ ਗਿਆ ਕਿ ਉਸसे ਕੀ ਟਾਈਪਸ ਨਿਕਲਦੀਆਂ ਜਾਂਦੀਆਂ ਨੇ ਉਹਨਾਂ ਬਾਰੇ ਥੋੜਾ ਜਿਹਾ ਡਿਸਕਸ ਕਰ ਲੈਂਦੇ। ਸਭ ਤੋਂ ਪਹਿਲਾਂ ਹੈ ਮਲਟੀਕਲਚਰਲਿਜ਼ਮ। ਮਲਟੀਕਲਚਰਲਿਜ਼ਮ ਦਾ ਮੀਨਸ ਹੈ ਮਲਟੀ ਮੀਨਸ ਮੈਨੀ ਐਂਡ ਕਲਚਰ ਮੀਨਸ ਕਲਚਰ, ਭਾਵ ਕਿ ਵਾਧੂ ਸਾਰੇ ਕਲਚਰ ਮਿਲ ਕੇ ਜਦ ਇੱਕ ਕਲਚਰ ਦਾ ਨਿਰਮਾਣ ਕਰਦੇ ਹਨ ਉਸ ਨੂੰ ਅਸੀਂ ਮਲਟੀਕਲਚਰਲਿਜ਼ਮ ਕਹਿੰਦੇ ਹਾਂ। ਕਲਚਰ ਹੈ ਜਿਹੜਾ ਇਹ ਦੋ ਤਰ੍ਹਾਂ ਦਾ ਹੁੰਦਾ ਹੈ, ਵੇ ਆਫ ਲਾਈਫ ਐਂਡ ਮਾਰਕਰ ਆਫ ਆਇਡੈਂਟੀਟੀ, ਕਿ ਇੱਕ ਸਾਡੇ ਜੀਵਨ ਦਾ ਢੰਗ ਨਿਰਧਾਰਿਤ ਕਰਦਾ ਹੈ, ਦੂਜਾ ਮਾਰਕਰ ਆਫ ਆਇਡੈਂਟੀਟੀ ਪੈਦਾ ਕੀਤੀ ਜਾਂਦੀ ਹੈ। ਵੇ ਆਫ ਲਾਈਫ ਦੇ ਅੰਦਰ ਹੈ ਜਿਹੜਾ ਸੈਟ ਆਫ ਬਲੀਫਸ ਐਂਡ ਪ੍ਰੈਕਟਿਸਿਸ ਹੈ ਜਿਹੜੀਆਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ, ਠੀਕ ਹੈ। ਐਂਡ ਮਾਰਕਰ ਆਫ ਆਇਡੈਂਟੀਟੀ ਦੇ ਅੰਦਰ ਹੈ ਜਿਹੜਾ ਰੇਸ, ਐਥੀਕਲੀ, ਨੈਸ਼ਨਲਿਟੀ, ਰਿਲੀਜੀਅਸ ਐਂਡ ਲੈਂਗੁਏਜਿਸ ਹੈ ਜਿਹੜੀਆਂ ਉਹ ਆਉਂਦੀਆਂ ਨੇ, ਠੀਕ ਹੈ। ਸਭ ਤੋਂ ਪਹਿਲਾਂ ਰੇਸ ਦੀ ਗੱਲ ਕਰੀਏ ਤਾਂ ਇਸ ਵਿੱਚ ਅਸੀਂ ਕੀ ਨਿਰਧਾਰਿਤ ਕਰਦੇ ਹਾਂ, ਕੀ ਵੇਖਦੇ ਹਾਂ। ਰੇਸ ਵਿੱਚ ਹੁੰਦਾ ਹੈ ਰਿਲੇਟ ਟੂ ਫਿਜ਼ੀਕਲ ਔਰ ਫਿਲੋਸਫੀਕਲ ਫੀਚਰ ਹੁੰਦੇ ਹਨ, ਠੀਕ ਹੈ। ਸਕਿਨ ਕਲਰ ਮੈਚ ਕੀਤਾ ਜਾਂਦਾ ਬਲੈਕ ਐਂਡ ਵਾਈਟ ਤਰ੍ਹਾਂ ਦੇ, ਠੀਕ ਹੈ। ਰੇਸ ਨਸਲ, ਠੀਕ ਹੈ। ਤੋ ਥਰਡ ਪੁਆਇੰਟ ਹੈ ਫਿਜ਼ੀਕਲ ਫੀਚਰ ਡਿਪੈਂਡ ਅਪੋਨ ਜੀਨਸ, ਇੱਕ ਦੂਜੇ ਨੂੰ ਜੀਨਸ ਦੇ ਆਧਾਰ ਤੇ ਨਿਰਧਾਰਿਤ ਕਰਦੇ ਨੇ ਕਿ ਸਾਡੀ ਨਸਲ ਦਾ ਹੈ, ਇਸ ਦੀ ਨੱਕ ਇਸ ਤਰ੍ਹਾਂ ਦੀ, ਇਸ ਦੀ ਅੱਖ ਇਸ ਤਰ੍ਹਾਂ ਦੀ, ਇਸ ਤਰ੍ਹਾਂ ਨਾਲ ਸੋਚਦਾ ਹੈ, ਇਹ ਤਾਂ ਉਸ ਤਰ੍ਹਾਂ ਦਾ ਦੇਖਦਾ ਹੈ ਨਾ। ਤੋ ਇਸ ਤਰ੍ਹਾਂ ਆਪਣੇ ਆਪ ਨੂੰ ਨਿਰਧਾਰਿਤ ਕੀਤੇ ਜਾਂਦੇ ਹਨ। ਨੈਕਸਟ ਹੈ ਰੀਜ਼ਨ ਬਿਹਾਈਂਡ ਰੇਸ ਇਨ ਜੈਨੇਟਿਕ ਔਰ ਬਾਇਓਲੋਜੀਕਲ, ਆਪਣੇ ਆਪ ਨੂੰ ਕੀ ਹੈ ਰੀਜ਼ਨ ਬਿਹਾਈਂਡ ਕੀਤਾ ਜਾਂਦਾ ਹੈ ਜੈਨੇਟਿਕ ਦੇ ਤੌਰ ਤੇ, ਜੀਨਸ ਦੇ ਤੌਰ ਤੇ ਜਾਂ ਬਾਇਓਲੋਜੀਕਲ ਦੇ ਤੌਰ ਤੇ, ਠੀਕ ਹੈ। ਇਸ ਤਰ੍ਹਾਂ ਕੀ ਹੈ ਡਿਫਰੈਂਟ ਰੇਸ, ਆਇਡੈਂਟੀਟੀ, ਨੈਸ਼ਨੈਲਿਟੀ, ਰਿਲੀਜੀਅਸ ਐਂਡ ਲੈਂਗੁਏਜਿਸ ਥਰੂ ਜਿਹੜਾ ਹਰੇਕ ਕਲਚਰ ਆਪਣੀ ਆਪਣੀ ਆਇਡੈਂਟੀਟੀ ਨੂੰ ਨਿਰਧਾਰਿਤ ਕਰਦਾ ਹੈ ਤੇ ਆਪਣੇ ਕਲਚਰ ਨੂੰ ਜਿਹੜਾ ਡਿਫਾਈਨ ਕਰਦਾ ਹੈ, ਠੀਕ ਹੈ। ਨੈਕਸਟ ਮਲਟੀਕਲਚਰਲਿਜ਼ਮ ਦੇ ਮਾਰਕਰ ਆਫ ਆਇਡੈਂਟੀਟੀ ਦੇ ਅੰਦਰ ਸੈਕੰਡ ਪੁਆਇੰਟ ਹੈ ਐਥੀਕਲੀ, ਠੀਕ ਹੈ। ਐਥੀਕਲੀ ਵਿੱਚ ਇਹ ਦੱਸਿਆ ਗਿਆ ਹੈ ਕਿ ਆ ਗਰੁੱਪ ਆਫ ਪੀਪਲ ਰਿਲੇਟਡ ਬਾਈ ਬਲੱਡ, ਠੀਕ ਹੈ। ਕਿ ਆਪਣੇ ਆਪ ਨੂੰ ਜਦੋਂ ਐਥੀਕਲੀ ਇੱਕ ਦੂਜੇ ਨਾਲ ਲਿੰਕਡ ਕੀਤਾ ਜਾਂਦਾ ਹੈ ਤਾਂ ਕੀ ਹੁੰਦਾ ਹੈ ਕਿ ਲੋਕ ਆਪਣੇ ਆਪ ਨੂੰ ਇੱਕ ਜਿਹੜਾ ਰਿਲੇਟ ਕਿਵੇਂ ਕਰਦੇ ਆ ਬਲੱਡ ਗਰੁੱਪ ਨਾਲ, ਠੀਕ ਹੈ। ਬਲੱਡ ਨਾਲ ਰਿਲੇਸ਼ਨ ਨਾਲ ਕਰਦੇ ਆ ਕਿ ਇਹ ਸਾਡੇ ਖਾਨਦਾਨ ਚੋਂ ਹੈ ਵਗੈਰਾ ਵਗੈਰਾ, ਠੀਕ ਹੈ। ਇਹ ਸਾਡੇ ਕਾਸਟ ਚੋਂ ਹੈ, ਇਹ ਸਾਡੀ ਨਸਲ ਤੋਂ, ਠੀਕ ਹੈ। ਇਸ ਤਰ੍ਹਾਂ ਕੀ ਹੈ ਡਿਫਰੈਂਟ ਐਥੀਕਲੀ ਰਾਹੀਂ ਇੱਕ ਦੂਜੇ ਨੂੰ ਜਿਹੜਾ ਰਿਲੇਟ ਕਰਦੇ ਨੇ ਪੀਪਲਸ, ਠੀਕ ਹੈ। ਇੱਕ ਆਪਣੇ ਕਲਚਰਸ ਨੂੰ ਜਿਹੜਾ ਡਿਫਾਈਨ ਕਰਦੇ ਨੇ। ਸੈਕੰਡ ਹੈ ਬਲੱਡ relation means having common ancestor,
ਫੈਕਟਰਸ। ਠੀਕ ਹੈ, ਭਾਵ ਕਿ ਜਿਹੜਾ ਹੈ ਜਦੋਂ ਬਲੱਡ ਰਿਲੇਸ਼ਨ ਇੱਕ ਦੂਜੇ ਨਾਲ ਪੈਦਾ ਕਰ ਲੈਂਦੇ ਹਨ ਕਿ ਇਹ ਮੇਰੀ ਮਾਸੀ ਦੀ ਭੂਆ ਦਾ ਮੁੰਡਾ ਹੈ ਹਨਾ, ਤਾਂ ਇਸ ਤਰ੍ਹਾਂ ਕੀ ਇੱਕ ਕਾਮਨ ਐਂਸਟਰ ਪੈਦਾ ਹੁੰਦੇ ਹਨ। ਠੀਕ ਹੈ, ਪੀਪਲ ਲਾਈਵ ਇਨ ਅ ਡਿਫਾਈਨਡ ਟੈਰੀਟਰੀ, ਕਿ ਪੀਪਲ ਹੈ ਜਿਹੜਾ ਆਪਣੇ ਆਪ ਵਿੱਚ ਇੱਕ ਡਿਫਾਈਨਡ ਟੈਰੀਟਰੀ ਪੈਦਾ ਕਰ ਦਿੰਦੇ ਹਨ ਕਿ ਸਾਡੇ ਵਰਗ ਦੀ ਇਹ ਸੀਮਾ ਨਿਰਧਾਰਿਤ ਹੈ, ਇਹ ਸਾਡੇ ਵਰਗ ਵਿੱਚ ਇਹ ਕੁਛ ਹੋਵੇਗਾ, ਇਹ ਕੁਛ ਨਹੀਂ ਹੁੰਦਾ ਹੈ। ਠੀਕ ਹੈ, ਇਹ ਸਾਡੇ ਸੀਮਾ ਦੇ ਬਾਹਰ ਹੈ ਨਾ, तो इस तरह की एक डिफाइंड टेरिटरी पैदा कर दी जाती है। तो इम्पोर्टेंट कैंडिडेट कंडीशंस कि एथिकली ਦੇ ਅੰਦਰ टू इंपॉर्टेंट कंडीशंस पैदा ਹੁੰਦੀਆਂ ਨੇ, ਜਿਸ ਵਿੱਚ ਫਸਟ ਹੈ ਬਲੱਡ ਰਿਲੇਸ਼ਨ, ਸੈਕੰਡ ਹੈ ਡਿਫਾਈਨਡ ਟੈਰੀਟਰੀ। ਇੱਕ ਤਾਂ ਬਲੱਡ ਰਿਲੇਸ਼ਨ ਪੈਦਾ ਹੁੰਦਾ ਹੈ, ਸੈਕੰਡ डिफाइंड टेरिटरी है ਜਿਹੜੀ ਪੈਦਾ ਕਰ ਲਈ ਜਾਂਦੀ ਹੈ ਕਿ ਇਹ सीमा ਤੋਂ ਬਾਹਰ है, ये सीमा ਦੇ अंदर है। जब कल्चरिज्म में मार्कर ऑफ आइडेंटिटी की बात करते हैं तो उस विच असी रेस, एथिकली, नैशनलिटी, रिलीजन एंड लैंगुएज बारे गल की जाती है। ठीक है, असी इस बारे पढ़ लिया सी। हुण थर्ड पॉइंट है नैशनलिटी। नैशनलिटी की जो गल करते हैं मल्टीकल्चरिज्म तो उस विच की है जब डिफरेंट कल्चर के लोग है जिहड़े बैकवर्ड क्लासिस ने, ठीक है, उन्होंने की है कि ग्रुप आइडेंटिटी की लोड़ पैंदी है। ठीक है, जिस विच की है या तो वो शेयर विद अदर्स करते हैं या फिर चूसन आइडेंटिटी करते हैं, भाव कि या तो वो शेयर करते हैं, ठीक है, अपनी आइडेंटिटी, या फिर अपनी चूज करते हैं कि वो किस धर्म नाल रिलेट करन अपने आप को। ओके, तो इस तरह की है डिफरेंट कल्चर्स ਨੂੰ ਅਡਾਪਟ ਕੀਤਾ ਜਾਂਦਾ ਇੱਕ ਦੂਜੇ ਰਾਹੀਂ, ਤਾਂ ਇਹ ਮਲਟੀਕਲਚਰਿਜ਼ਮ ਹੈ ਜਿਹੜਾ ਅਪਣਾਇਆ ਜਾਂਦਾ ਹੈ ਤਾਂ ਜੋ ਕਿ ਇਹ ਦੇਸ਼ ਵਿੱਚ ਜਿਹੜਾ ਏਕਤਾ ਦਾ ਮਾਹੌਲ ਹੈ ਜਿਹੜਾ ਪੈਦਾ ਹੋ ਸਕਦਾ ਹੈ ਤੇ ਛੂਤ-ਛਾਤ ਦੀ ਭਾਵਨਾ ਜਿਹੜੀ ਖਤਮ ਕੀਤੀ ਜਾ ਸਕਦੀ ਹੈ। Now, multiculturalism is the idea of different citizenship। ठीक है, ਮਲਟੀਕਲਚਰਿਜ਼ਮ ਇੱਕ ਅਜਿਹਾ ਕਨਸੈਪਟ ਹੈ ਜਿਸ ਵਿੱਚ ਡਿਫਰੈਂਟ ਅਜਿਹਾ ਆਈਡੀਆ ਹੈ ਜਿਸ ਵਿੱਚ ਡਿਫਰੈਂਟ ਸਿਟੀਜ਼ਨਸ਼ਿਪ ਦੀ ਗੱਲ ਕੀਤੀ ਜਾਂਦੀ ਹੈ, ਜਿਸ ਵਿੱਚ ਲਿਬਰਲਿਜ਼ਮ ਨੇ ਸੋਸ਼ਲ ਡਿਸਕ੍ਰਿਮੀਨੇਸ਼ਨ ਰਾਹੀਂ ਕੀ ਹੈ, ਸੋਸ਼ਲ ਡਿਸਕ੍ਰਿਮੀਨੇਸ਼ਨ ਰਾਹੀਂ ਕੀ ਹੈ ਪਛਾਣਾ ਨੂੰ ਨਕਾਰਦੇ ਹੋਏ ਇਕੁਅਲ ਸਿਟੀਜ਼ਨਸ਼ਿਪ ਦੀ ਗੱਲ ਕੀਤੀ ਹੈ। ਭਾਵ ਕਿ ਸੁਸਾਇਟੀ ਵਿੱਚ ਜਿੰਨੀਆਂ ਵੀ ਡਿਫਰੈਂਟ ਜਿਹੜੀ ਕਲਚਰਸ ਨੇ ਉਹਨਾਂ ਨੂੰ ਪਛਾਣ ਨੂੰ, ਉਸਦੀ ਆਇਡੈਂਟੀਟੀ ਨੂੰ ਨਕਾਰਦੇ ਹੋਏ ਕੀ ਹੈ ਇਕੁਅਲ ਰਾਈਟਸ ਦੀ ਗੱਲ ਕੀਤੀ ਹੈ। ਓਕੇ, तो नेक्स्ट है अगेंस्ट मल्टीकल्चर। इसके अगेंस्ट विच की किया गया है कि मल्टीकल्चरिज्म अकॉर्डिंग सारे इक्वल सिटीजनशिप के आधार ते इक्वल राइट्स की गल ਕੀਤੀ ਗਈ ਹੈ। ਸੰਬੰਧੀ ਮਤਭੇਦਾਂ ਨੂੰ ਜਿਹੜਾ ਘੱਟ ਕੀਤਾ ਜਾ ਸਕੇ ਤੇ ਆਪਸੀ ਭਾਈਚਾਰਾ ਜਿਹੜਾ ਡਿਵੈਲਪ ਕੀਤਾ ਜਾ ਸਕੇ। ਠੀਕ ਹੈ, तो ਨੈਕਸਟ ਹੈ ਮਲਟੀਕਲਚਰਿਜ਼ਮ ਅਕੋਰਡਿੰਗ ਰਾਜ ਵਿੱਚ ਨਾਗਰਿਕਾਂ ਦੇ ਤੌਰ ਤੇ ਵਿਭਿੰਨ ਸਮੁਦਾਵਾਂ ਨੂੰ ਵਿਭਿੰਨ ਅਧਿਕਾਰ ਮਿਲਣੇ ਚਾਹੀਦੇ ਹਨ। ਮਲਟੀਕਲਚਰਿਜ਼ਮ ਦੀ ਇੱਕ ਵਿਸ਼ੇਸ਼ਤਾ ਹੈ। ਠੀਕ ਹੈ, ਤੇ ਜਿਸ ਨੂੰ ਡਿਫਰੈਂਸ਼ੀਏਟ ਸਿਟੀਜ਼ਨਸ਼ਿਪ ਰਾਹੀਂ ਵੀ ਦਰਸਾਇਆ ਗਿਆ ਹੈ। ਨਾਓ ਹੁਣ ਸਾਡਾ ਕੁਐਸਚਨ ਉੱਠਦਾ ਹੈ ਮਲਟੀਕਲਚਰਿਜ਼ਮ ਹੈ ਜਿਹੜਾ ਹਾਊ ਐਂਡ ਵਾਈ ਕਲਚਰਸ ਆਰ ਵੈਲਿਊਏਬਲ, ਕਿ ਕਿਹੜੇ ਤੇ ਕਿਉਂ ਹੈ ਜਿਹੜੇ ਕਲਚਰ ਵੈਲਿਊਏਬਲ ਨੇ। ठीक है, तो इस क्वेश्चन विच आंसर आंदा है इंडिविजुअल हैव राइट्स सो कल्चर ग्रुप्स शुड आल्सो हैव राइट्स, कि हर एक इंडिविजुअल ਦਾ ਰਾਈਟ ਹੈ ਕਿ ਉਹ ਆਪਣੇ ਕਲਚਰ ਗਰੁੱਪਸ ਹੈਗੇ ਆ ਉਹਨਾਂ ਸੰਬੰਧੀ ਰਾਈਟਸ ਨੂੰ ਜਿਹੜਾ ਫੋਲੋ ਕਰੇ ਜਾਂ ਉਹਨਾਂ ਨੂੰ ਪ੍ਰਾਪਤ ਕਰਨ ਦਾ ਪੂਰਾ ਅਧਿਕਾਰ ਹੈਗਾ। ਇਸ ਤੋਂ ਇਲਾਵਾ ਡਿਫਰੈਂਟ ਟਾਈਪਸ ਆਫ ਸਪੈਸੀਫਿਕ ਰਾਈਟਸ ਦੇ ਬਾਰੇ ਵੀ ਗੱਲ ਕੀਤੀ ਜਾਂਦੀ ਹੈ ਮਲਟੀਕਲਚਰਿਜ਼ਮ ਵਿੱਚ, ਜਿਸ ਵਿੱਚ ਦੱਸਿਆ ਗਿਆ ਹੈ ਦੀ ਆਈਡੀਆ ਆਫ ਡਿਫਰੈਂਸ਼ੀਏਟ ਸਿਟੀਜ਼ਨਸ਼ਿਪ ਦੇ ਅੰਤਰਗਤ ਮਲਟੀਕਲਚਰਿਜ਼ਮ ਘੱਟ ਗਿਣਤੀ ਸਮੁਦਾਵਾਂ ਦੇ ਲਈ 3 ਪ੍ਰਕਾਰ ਦੇ ਵਿਸ਼ੇਸ਼ ਅਧਿਕਾਰਾਂ ਦੀ ਵਿਵਸਥਾ ਕਰਦਾ है। ठीक है, मल्टीकल्चरिज्म ਦੇ ਅੰਡਰ ਜਿਹੜੇ 3 ਤਰ੍ਹਾਂ ਦੇ ਰਾਈਟਸ ਨੂੰ ਜਿਹੜਾ ਸ਼ਾਮਿਲ ਕੀਤਾ ਜਾਂਦਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਮਲਟੀਕਲਚਰਿਜ਼ਮ ਦੇ ਅੰਡਰ 3 ਤਰ੍ਹਾਂ ਦੇ ਰਾਈਟਸ ਨੂੰ ਮਾਨਤਾ ਦਿੱਤੀ ਗਈ ਹੈ, ਜਿਸ ਵਿੱਚ ਹੈ ਕਲਚਰ ਰਾਈਟਸ, ਠੀਕ ਹੈ, ਸੈਕੰਡ ਹੈ ਐਡਮਿਨਿਸਟ੍ਰੇਟਿਵ ਰਾਈਟਸ, ਥਰਡ ਹੈ ਸਪੈਸੀਫਿਕ ਰਿਪਰੈਜ਼ੈਂਟੇਟਿਵ ਰਾਈਟਸ, ਜਿਸ ਅਧੀਨ ਰਾਜ ਬਹੁਮਤ ਸਮੁਦਾਇ ਦੀ ਸੰਸਕ੍ਰਿਤੀਆਂ ਦਾ ਪ੍ਰਤੀਨਿਧਤਵ ਕਰਦੀ ਹੈ।
ठीक है। ਨੈਕਸਟ ਹੈ ਮਲਟੀਕਲਚਰਲਿਜ਼ਮ ਦੇ ਅਕੋਰਡਿੰਗ ਕੀ ਦੱਸਿਆ ਗਿਆ ਹੈ ਕਿ ਘੱਟ ਗਿਣਤੀ ਸਮੁਦਾਵਾਂ ਨੂੰ ਵਿਸ਼ੇਸ਼ ਅਧਿਕਾਰਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਸਾਰਵਜਨਿਕ ਖੇਤਰ ਵਿੱਚ ਉਸਦੀ ਸੰਸਕ੍ਰਿਤੀ ਦੀ ਆਪਣੀ ਪਹੁੰਚ ਹੋਵੇ। ਮਲਟੀਕਲਚਰਲਿਜ਼ਮ ਦੇ ਅਕੋਰਡਿੰਗ ਇਹ ਦੱਸਿਆ ਗਿਆ ਹੈ ਕਿ ਘੱਟ ਗਿਣਤੀ ਸਮੁਦਾਇ ਜਿਹੜੇ ਹੈਗੇ, ਭਾਵ ਕਿ ਘੱਟ ਗਿਣਤੀ ਵਿੱਚ ਜਿਵੇਂ ਕਿ ਈਸਾਈ ਨੇ, ਠੀਕ ਹੈ, ਜਾਂ ਫਿਰ ਬੌਧਿਸਟ ਨੇ, ਠੀਕ ਹੈ, ਅਜਿਹੇ ਤਰ੍ਹਾਂ ਦੀ ਜਿਹੜੀ ਲੋਕਾਂ ਦੀ ਗਿਣਤੀ ਹੈ ਜਿਹੜੀ ਉਹ ਘੱਟ ਗਿਣਤੀ ਸਮੁਦਾਵਾਂ ਵਿੱਚ ਆਉਂਦੀ ਹੈ, ਠੀਕ ਹੈ। ਇਹਨਾਂ ਦੇ ਅਧਿਕਾਰ ਦੀ ਰੱਖਿਆ ਲਈ ਵੀ ਜਿਹੜਾ ਸਾਰਵਜਨਿਕ ਖੇਤਰ ਵਿੱਚ ਕੰਮ ਕੀਤਾ ਜਾਂਦਾ ਹੈ ਤਾਂ ਕਿ ਇਹਨਾਂ ਦੀ ਵੀ ਸਾਰਵਜਨਿਕ ਰੂਪ ਵਿੱਚ ਜਾਂ ਸਾਰਵਜਨਿਕ ਕਲਚਰ ਵਿੱਚ ਇਹਨਾਂ ਦੀ ਆਪਣੀ ਪਹੁੰਚ ਹੈ ਜਿਹੜੀ ਇਕੁਐਲਿਟੀ ਰੂਪ ਵਿੱਚ ਹੋਰ ਕਲਚਰਾਂ ਵਾਂਗ ਹੋਵੇ। ਪੱਛਮੀ ਲੋਕਤੰਤਰੀ ਦੇਸ਼ਾਂ ਵਿੱਚ ਕਾਨੂੰਨ ਨਾਲ ਅਪਵਾਦ ਘੱਟ ਗਿਣਤੀ ਸਮੁਦਾਵਾਂ ਤੇ ਸੰਸਥਾਵਾਂ ਦੇ ਲਈ ਸਹਾਇਤਾ ਉਪਲਬਧ ਕਰਵਾਈ ਜਾਂਦੀ ਹੈ। ਘੱਟ ਗਿਣਤੀ ਸੰਸਕ੍ਰਿਤਿਕ ਵਿਵਹਾਰ ਦੀ ਮਾਨਤਾ ਦੇ ਰੂਪ ਵਿੱਚ ਵਿਸ਼ੇਸ਼ ਕਲਚਰ ਜਾਂ ਰਾਈਟਸ ਦੀ ਮੰਗ ਹੈ ਜਿਹੜੀ ਕੀਤੀ ਜਾਂਦੀ ਹੈ। ਐਗਜ਼ਾਮਪਲ ਹੈ ਕੈਨੇਡਾ ਵਿੱਚ ਮੋਟਰਸਾਈਕਲ ਚਲਾਉਣ ਸਮੇਂ ਸਿੱਖਾਂ ਲਈ ਹੈਲਮਟ ਪਾਉਣਾ ਜ਼ਰੂਰੀ ਹੈ। ਏਸ਼ੀਆਈ ਸਮੁਦਾਇ ਦੀਆਂ ਇਸਤਰੀਆਂ ਲਈ ਕੀ ਹੈ, ਨਰਸ ਦੇ ਲਈ ਵਿਸ਼ੇਸ਼ ਰੂਪ ਵਿੱਚ ਕੱਪੜੇ ਪਾਉਣ ਤੋਂ ਜਿਹੜਾ ਇਹ ਉਹਨਾਂ ਲਈ ਪਹਿਲਾਂ ਇਹ ਕੰਪਲਸ਼ਨ ਸੀ, ਬਟ ਉਹਨਾਂ ਨੂੰ ਇਹ ਕੀ ਹੈ ਇਸ ਸੰਬੰਧੀ ਹੁਣ ਛੂਟ ਦਿੱਤੀ ਗਈ ਹੈ, ਜਿਸ ਕਾਰਨ ਕੀ ਹੈ ਇਹ ਜਿਹੜੇ ਘੱਟ ਗਿਣਤੀ ਸਮੁਦਾਇ ਸੀ ਉਹਨਾਂ ਲਈ ਵੀ ਜਿਹੜੇ ਇਕੁਐਲਿਟੀ ਸੰਬੰਧੀ ਰਾਈਟਸ ਹੈ ਜਿਹੜੇ ਪ੍ਰੋਵਾਈਡ ਕਰਵਾਏ ਗਏ ਹਨ, ਜਿਸ ਕਾਰਨ ਕੀ ਉਹਨਾਂ ਨੂੰ ਵਿਸ਼ੇਸ਼ ਪ੍ਰਕਾਰ ਦੇ ਜਿਹੜੇ ਅਲੱਗ ਤੋਂ ਜਿਹੜਾ ਕੰਮ ਕਰਨਾ ਪੈਂਦਾ ਸੀ ਉਸ ਤੋਂ ਛੁਟਕਾਰਾ ਮਿਲ ਗਿਆ ਹੈ। ਨੈਕਸਟ ਹੈ ਮਲਟੀਕਲਚਰਲਿਜ਼ਮ ਰਾਈਟਸ ਐਂਡ ਰਿਕੋਗਨੀਸ਼ਨ। ਸੁਸਾਇਟੀ ਵਿੱਚ ਕੀ ਹੈ ਇਹ ਦੱਸਿਆ ਗਿਆ ਹੈ, ਸੁਸਾਇਟੀ ਵਿੱਚ ਮਲਟੀਕਲਚਰਲਿਜ਼ਮ ਨੂੰ ਲੈ ਕੇ ਇੱਕ ਸਵਾਲ ਉੱਠਦਾ ਹੈ ਕਿ ਰਾਈਟਸ ਕਿਸ ਪ੍ਰਕਾਰ ਦੇ ਹੋਣੇ ਚਾਹੀਦੇ ਹਨ। ਅਸੀਂ ਟੌਪਿਕ ਨੈਕਸਟ ਪੜ੍ਹ ਰਹੇ ਹਾਂ ਮਲਟੀਕਲਚਰਲਿਜ਼ਮ ਰਾਈਟਸ ਐਂਡ ਰਿਕੋਗਨੀਸ਼ਨ, ਕਿ ਰਾਈਟਸ ਕਿਸ ਤਰ੍ਹਾਂ ਦੇ ਹੋਣ ਤੇ ਉਹਨਾਂ ਦੀ ਪਹਿਚਾਣ ਕਿਸ ਤਰ੍ਹਾਂ ਦੀ ਕੀਤੀ ਜਾਵੇ, ਠੀਕ ਹੈ। ਤੋ ਸਭ ਤੋਂ ਪਹਿਲਾਂ ਇਹ ਸਵਾਲ ਉੱਠਦਾ ਹੈ ਕਿ ਰਾਈਟਸ ਕਿਸ ਤਰ੍ਹਾਂ ਦੇ ਹੋਣ, ਠੀਕ ਹੈ। ਰਾਈਟਸ ਹੈ ਜਿਹੜੇ ਮਲਟੀਕਲਚਰਲਿਜ਼ਮ ਦੇ ਅਕੋਰਡਿੰਗ ਇੰਡੀਵਿਜੂਅਲ ਜਾਂ ਗਰੁੱਪ ਰਾਈਟਸ ਹੁੰਦੇ ਹਨ, ਠੀਕ ਹੈ, ਜਿਸ ਦੇ ਅੰਡਰ ਹੈ ਜਿਹੜਾ ਕਲਚਰ ਰਾਈਟਸ ਹੈ ਜਿਹੜੇ ਯੂਜ਼ ਕੀਤੇ ਜਾਂਦੇ ਹਨ, ਠੀਕ ਹੈ। ਸਭ ਤੋਂ ਪਹਿਲਾਂ ਹੈ ਕਲਚਰ ਰਾਈਟਸ। ਕਲਚਰ ਰਾਈਟਸ ਹੈ ਜਿਹੜੇ ਉਹ ਥਰਡ ਜਨਰੇਸ਼ਨ ਦੇ ਰਾਈਟਸ ਹੁੰਦੇ ਹਨ, ਠੀਕ ਹੈ, ਜਿਸ ਵਿੱਚ ਕੀ ਹੈ ਕਲਚਰ ਰਾਈਟਸ ਅਧੀਨ ਉਹ ਕਲਚਰ ਦੇ ਲੋਕਾਂ ਨੂੰ ਆਪਣੀ ਐਜੂਕੇਸ਼ਨ, ਭਾਸ਼ਾ, ਲਿੰਗ, ਧਰਮ ਸੰਬੰਧੀ ਕੀ ਕੁਝ ਸਪੈਸੀਫਿਕ ਰਾਈਟਸ ਪ੍ਰੋਵਾਈਡ ਕਰਵਾਏ ਜਾਂਦੇ ਹਨ ਤਾਂ ਜੋ ਕੀ ਹੈ ਉਹਨਾਂ ਦੇ ਕਲਚਰ ਜਿਹੜੇ ਕਿ ਮੰਨ ਲਓ ਜੈਨ ਧਰਮ ਨੇ, ਬੌਧ ਧਰਮ ਨੇ ਜਾਂ ਬੌਧਿਸਟ ਨੇ, ਹੈ ਨਾ, ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਘੱਟ ਗਿਣਤੀਆਂ ਵਿੱਚ ਨੇ, ਉਹਨਾਂ ਲਈ ਵੀ ਕੀ ਹੈ ਉਹਨਾਂ ਦੀ ਵੀ ਆਪਣੀ ਐਜੂਕੇਸ਼ਨ, ਸਾਹਿਤਯ, ਕਲਚਰ ਨੂੰ ਵੀ ਕੀ ਹੈ ਇਕੁਐਲਿਟੀ ਹੈ ਜਿਹੜੀ ਸਮਾਜ ਵਿੱਚ ਮਿਲ ਸਕੇ। ਪਰ ਕਿਤੇ ਇਹ ਇੰਡੀਵਿਜੂਅਲ ਰਾਈਟਸ ਨਾਲ ਟਕਰਾਉਣ ਕਾਰਨ ਡਿਗਨਿਟੀ ਐਂਡ ਰਿਕੋਗਨੀਸ਼ਨ ਨੂੰ ਵੀ ਦਿੱਤਾ ਜਾਣਾ ਵੀ ਚਾਹੀਦਾ ਹੈ, ਠੀਕ ਹੈ। ਇਹ ਜਿਹੜੀ ਇਹ ਮੰਗ ਹੈ ਜਿਹੜੀ ਕੁਝ ਰਾਈਟਰਸ ਦੁਆਰਾ ਕੀਤੀ ਜਾਂਦੀ ਹੈ, ਠੀਕ ਹੈ। ਤੋ ਇਸ ਸੰਬੰਧੀ ਜਦੋਂ ਕਲਚਰ ਰਾਈਟਸ ਪ੍ਰੋਵਾਈਡ ਕਰਵਾਏ ਜਾਂਦੇ ਹਨ ਤਾਂ ਇਹ ਕਲਚਰ ਰਾਈਟਸ ਜਦੋਂ ਸਪੈਸੀਫਿਕ ਰਾਈਟਸ ਦੇ ਰੂਪ ਵਿੱਚ ਯੂਜ਼ ਕੀਤੇ ਜਾਂਦੇ ਹਨ ਤਾਂ ਇਹ ਕਈ ਵਾਰੀ ਇੰਡੀਵਿਜੂਅਲ ਰਾਈਟਸ ਹੈ ਜਿਹੜੀ ਹਰੇਕ ਬੰਦੇ ਦੇ ਆਪਣੇ ਰਾਈਟਸ ਨੇ ਤਾਂ ਉਹਨਾਂ ਰਾਈਟਸ ਨਾਲ ਵੀ ਟਕਰਾ ਜਾਂਦੇ ਨੇ, ਜਿਸ ਕਾਰਨ ਕੀ ਹੈ ਮਤਭੇਦ ਦੀ ਜਿਹੜੀ ਸਥਿਤੀ ਹੈ ਜਿਹੜੀ ਉਹ ਪੈਦਾ ਹੋ ਜਾਂਦੀ ਹੈ। तो मल्टीकल्चरलिज्म ਦੇ ਅੰਡਰ ਇਕੁਅਲ ਸਟੇਟਸ, ਡਿਗਨਿਟੀ, ਆਰਟ, ਕਲਚਰ, ਪ੍ਰੈਕਟਿਸਿਸ, ਬਲੀਫਸ, ਵੈਲਿਊਜ਼, ਸਿਸਟਮਸ ਨੂੰ ਕੀ ਹੈ ਆਪਣੀ ਇੱਕ ਪਹਿਚਾਣ ਹੈ ਜਿਹੜੀ ਜਿਹੜੇ ਘੱਟ ਗਿਣਤੀ ਸਮੁਦਾਇ ਹੈ ਜਿਹੜੇ ਉਹਨਾਂ ਨੂੰ ਦਿੱਤੀ ਜਾਂਦੀ ਹੈ। ਜਿਸ ਕਲਚਰ ਰਾਈਟਸ ਦੇ ਅੰਡਰ ਜੇ ਰਿਕੋਗਨੀਸ਼ਨ ਅਦਰ ਕਲਚਰ ਐਜ਼ ਅ ਇਕੁਐਲਿਟੀ ਇਕੁਅਲੀ ਵੈਲਿਊਜ਼, ਭਾਵ ਕਿ ਉਹਨਾਂ ਦੇ ਵੀ ਕਲਚਰ ਦੀ ਪਹਿਚਾਣ ਹੈ ਜਿਹੜੀ ਇਕੁਅਲੀ ਵੈਲਿਊਜ਼ ਦੇ ਰੂਪ ਵਿੱਚ ਜਿਹੜੀ ਹੋਰ ਕਲਚਰ ਦੇ ਰੂਪ ਨਾਲ ਜਿਹੜੀ ਕੀਤੀ ਜਾਂਦੀ ਹੈ, ਠੀਕ ਹੈ। ਨੈਕਸਟ ਹੈ ਡਿਫਰੈਂਟ ਸਕੂਲਸ, ਟੈਕਸਟ ਬੁੱਕਸ, ਮੀਡੀਆ, ਪਬਲਿਕ ਡਿਸਕੋਰਸ ਵਿੱਚ ਕੀ ਹੈ ਸਪੈਸੀਫਿਕ ਸਪੇਸ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਕਿ ਜਦ ਕੀ ਹੈ ਉਹਨਾਂ ਨੂੰ ਜਦ ਸਪੈਸੀਫਿਕ ਰਾਈਟਸ ਪ੍ਰੋਵਾਈਡ ਕੀਤੇ ਜਾਂਦੇ ਹਨ ਤਾਂ ਉਹਨਾਂ ਦੇ ਡਿਫਰੈਂਟ ਜਦੋਂ ਟੈਕਸਟ ਬੁੱਕਸ ਵਿੱਚ ਵੀ ਕੀ ਹੈ ਅਸੀਂ ਜੈਨ ਧਰਮ ਬਾਰੇ, ਬੁੱਧ ਧਰਮ ਬਾਰੇ ਪੜ੍ਹਦੇ ਹਾਂ, ਮੀਡੀਆ ਵਿੱਚ ਵੀ ਸੁਣਦੇ ਹਾਂ, ਪਬਲਿਕ ਡਿਸਕੋਰਸ ਵਿੱਚ ਵੀ, ਮੈਗਜ਼ੀਨਸ, ਠੀਕ ਹੈ, ਇਹਨਾਂ ਸਭ ਵਿੱਚ ਵੀ ਪੜ੍ਹਦੇ ਹਾਂ ਤਾਂ ਉਹਨਾਂ ਨੂੰ ਇੱਕ ਸਪੈਸੀਫਿਕ ਜਿਹੜਾ ਸਪੇਸ ਮਿਲਦਾ ਹੈ ਸਾਡੇ ਆਮ ਹੋਰਾਂ ਕਲਚਰਾਂ ਵਾਂਗ, ਠੀਕ ਹੈ। ਤੋ ਇਸ ਤਰ੍ਹਾਂ ਕੀ ਹੈ ਕਲਚਰ ਰਾਈਟਸ ਦੇ ਅੰਦਰ ਹੈ ਜਿਹੜੇ ਮਾਈਨੋਰਿਟੀ ਨੇ ਜਾਂ ਡਿਸੇਬਲ ਨੇ ਜਾਂ ਕਿਸੇ ਵੀ ਪੱਖੋਂ ਪਛੜੇ ਹੋਏ ਨੇ
ਉਹਨਾਂ ਨੂੰ ਇੱਕ ਜਿਹੜਾ ਸਪੈਸੀਫਿਕ ਜਿਹੜਾ ਸਪੇਸ ਮਿਲਦਾ ਹੈ ਸਮਾਜ ਵਿੱਚ। ਓਕੇ, ਤੋ ਨੈਕਸਟ ਹੈ ਅਕੋਰਡਿੰਗ ਟੂ ਵਿਲ ਕਮਾਈਲਿਕਾ। ਠੀਕ ਹੈ, ਅਸੀਂ ਪਹਿਲਾਂ ਪੜ੍ਹਿਆ ਸੀ ਵਿਲ ਕਮਾਈਲਿਕਾ ਨੇ ਕੀ ਹੈ ਮਲਟੀਕਲਚਰਿਜ਼ਮ ਦੇ ਬਾਰੇ ਇੱਕ ਫੇਮਸ ਬੁੱਕ ਲਿਖੀ ਹੈ, ਜਿਸ ਵਿੱਚ ਉਹਨਾਂ ਨੇ ਮਲਟੀਕਲਚਰਿਜ਼ਮ ਦੇ ਬਾਰੇ ਡੀਪਲੀ ਐਨਾਲਾਈਜ਼ ਕੀਤਾ ਹੈ ਤੇ ਕਲਚਰ ਰਾਈਟਸ ਜਾਂ ਅਲੱਗ-ਅਲੱਗ ਹਰੇਕ ਤਰ੍ਹਾਂ ਦੇ ਰਾਈਟਸ ਦੇ ਬਾਰੇ ਗੱਲ ਕੀਤੀ ਹੈ। ਠੀਕ ਹੈ, ਇਸ ਬਾਰੇ ਹੁਣ ਅਸੀਂ ਇਸ ਦੇ ਅੰਡਰ ਹੀ ਪੜ੍ਹਦੇ ਹਾਂ ਕਿ ਅਕੋਰਡਿੰਗ ਟੂ ਵਿਲ ਕਮਾਈਲਿਕਾ ਕਹਿੰਦੇ ਆ ਰਾਈਟ ਟੂ ਮਲਟੀਕਲਚਰਿਜ਼ਮ ਮਿਨੋਰਟੀਜ਼। ठीक है, तो ये थ्री काइंड्स ऑफ ग्रुप डिफरेंसेस एंड डिफरेंशिएट राइट्स। ओके, तो इसके अंदर है राइट टू सेल्फ गवर्नमेंट एंड रिप्रेजेंटेशन। कल्चर मिनोरिटीज के अंडर किया है कि हरेक ਨੂੰ ਇੱਕ ਰਾਈਟ ਹੈ ਕਿ ਉਸ ਆਪਣੇ ਸੈਲਫ ਐਂਡ ਆਪਣੇ ਸੈਲਫ ਸੰਬੰਧੀ ਕੀ ਸਰਕਾਰ ਚੁਣਨ ਵਿੱਚ ਤੇ ਉਸ ਦੀ ਰਿਪਰੈਜ਼ੈਂਟੇਸ਼ਨ ਉਸ ਦੀ ਪ੍ਰਤੀਨਿਧਤਾ ਕਰਨ ਦਾ ਪੂਰਾ ਅਧਿਕਾਰ ਹੈ। ਰਾਈਟ ਟੂ ਪ੍ਰੋਟੈਕਟ ਲੈਂਗੁਏਜ ਕਸਟਮਸ ਵੈਲਿਊ ਸਿਸਟਮ ਐਂਡ ਵੇਜ਼ ਆਫ ਲਾਈਫ, ਕਿ ਹਰੇਕ ਨੂੰ ਆਪਣੀ ਲੈਂਗੁਏਜ ਰਸਮੋ ਰਿਵਾਜ ਵੈਲਿਊ ਸਿਸਟਮ ਜਾਂ ਜੀਵਨ ਜਿਉਣ ਦੇ ਢੰਗ ਸੰਬੰਧੀ ਕੀ ਹੈ ਕਿਸੇ ਤਰ੍ਹਾਂ ਦੀ ਭੇਦਭਾਵ ਹੈ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਦਬਾਅ ਹੈ ਜਿਹੜਾ ਨਹੀਂ ਪਾਇਆ ਜਾਏਗਾ ਔਰ ਉਸਨੂੰ ਆਪਣੀ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੋਵੇਗਾ। ਥਰਡ ਹੈ ਰਾਈਟ ਟੂ ਇਕੁਅਲ ਸਟੇਟਸ ਐਂਡ ਰਿਕੋਗਨੀਸ਼ਨ, ਕਿ ਹਰੇਕ ਸਟੇਟ ਵਿੱਚ ਉਸਨੂੰ ਇਕੁਐਲਿਟੀ ਮਿਲਣੀ ਤੇ ਉਸ ਸੰਬੰਧੀ ਜਿਹੜੀ ਆਪਣੀ ਪਹਿਚਾਣ ਨੂੰ ਸਾਬਿਤ ਕਰਨਾ ਜਾਂ ਆਇਡੈਂਟੀਟੀ ਬਣਾਉਣ ਸੰਬੰਧੀ ਜਿਹੜੀ ਰਾਈਟ ਹੈ ਜਿਹੜਾ ਉਹ ਪ੍ਰੋਵਾਈਡ ਹੈਗਾ ਹੈ। ਨਾਓ ਹੁਣ ਸਾਡਾ ਕੁਐਸਚਨ ਉੱਠਦਾ ਹੈ ਆਵਰ ਰਿਸਪੌਂਸਿਸ ਟੂ ਦਿਸ ਡਾਇਵਰਸਿਟੀ, ਕਿ ਸਾਡਾ ਕੀ ਰਿਸਪੌਂਸ ਹੋਵੇਗਾ ਜਦੋਂ ਸਰਕਾਰ ਨਿਰਮਾਣ ਹੈ ਜਿਹੜਾ ਨੀਤੀ ਨਿਰਮਾਣ ਕਰਦੀ ਹੈ ਤਾਂ ਆਵਰ ਰਿਸਪੌਂਸ ਸਾਡਾ ਕੀ ਰਿਸਪੌਂਸ ਹੋਏਗਾ ਇਸ ਡਾਇਵਰਸਿਟੀ ਨੂੰ ਜਦੋਂ ਰੱਖਦੇ ਹੈ ਜਦ ਸਾਡੇ ਸਾਹਮਣੇ ਆਉਂਦੀ ਹੈ। ਠੀਕ ਹੈ, ਤੋ ਇਸ ਦੇ ਸੰਬੰਧੀ ਕਿਹਾ ਜਾਂਦਾ ਹੈ ਟਾਕਿੰਗ ਕਲਚਰ ਡਿਫਰੈਂਸਿਸ ਇਨਟੂ ਅਕਾਊਂਟ, ਭਾਵ ਕਿ ਜਦੋਂ ਸਰਕਾਰ ਹੈ ਜਿਹੜੇ ਡਿਫਰੈਂਟ ਕਲਚਰ ਸੰਬੰਧੀ ਜਿਹੜੇ ਰਾਈਟਸ ਹੈ ਜਦੋਂ ਬਣਾਉਂਦੀ ਹੈ ਜਾਂ ਤਾਂ ਉਹਨਾਂ ਦੀ ਜਿਹੜੀ ਡਾਇਵਰਸਿਟੀ ਨੂੰ ਧਿਆਨ ਵਿੱਚ ਰੱਖਦੀ ਹੈ ਤਾਂ ਉਹਨਾਂ ਨੂੰ ਕਈ ਪ੍ਰਕਾਰ ਦੇ ਸਪੈਸੀਫਿਕ ਰਾਈਟਸ ਪ੍ਰੋਵਾਈਡ ਕਰਵਾਏ ਜਾਂਦੇ ਹਨ। ਕਿਉਂ ਕਰਵਾਏ ਜਾਂਦੇ ਹਨ? ਕਿਉਂਕਿ ਉਹਨਾਂ ਨੂੰ ਜਿਹੜਾ ਹੈ ਉਹ ਸਮਾਜਿਕ ਰੂਪ ਤੋਂ ਆਰਥਿਕ ਰੂਪ ਤੋਂ ਰਾਜਨੀਤਿਕ ਰੂਪ ਤੋਂ ਕਾਫੀ ਤੌਰ ਤੇ ਪਛੜੇ ਹੋਏ ਹਨ, ਤਾਂ ਉਹਨਾਂ ਨੂੰ ਕੁਝ ਸਪੈਸੀਫਿਕ ਰਾਈਟਸ ਪ੍ਰੋਵਾਈਡ ਕਰਵਾ ਕੇ ਸਮਾਜ ਵਿੱਚ ਇਕੁਐਲਿਟੀ ਦਾ ਦਰਜਾ ਹੈ ਜਿਹੜਾ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਤਾਂ ਜੋ ਕੀ ਹੈ ਸਮਾਜ ਵਿੱਚ ਉਹਨਾਂ ਨੂੰ ਇਕੁਐਲਿਟੀ ਦਾ ਦਰਜਾ ਹੈ ਜਿਹੜਾ ਪ੍ਰਾਪਤ ਕੀਤਾ ਜਾ ਸਕੇ, ਸਮਾਜ ਵਿੱਚ ਏਕਤਾ ਭੇਦਭਾਵ ਸੰਬੰਧੀ ਜਿਹੜੀ ਏਕਤਾ ਡਿਵੈਲਪ ਕੀਤੀ ਜਾ ਸਕੇ ਤੇ ਭੇਦਭਾਵ ਨੂੰ ਖਤਮ ਕਰਕੇ ਜਿਹੜਾ ਆਪਸੀ ਭਾਈਚਾਰਾ ਹੈ ਜਿਹੜਾ ਡਿਵੈਲਪ ਕੀਤਾ ਜਾਵੇ। ਨੈਕਸਟ ਲਿਬਰਲ ਥਿੰਕਰ ਨੇ ਵਿਲ ਕਮਾਈਲਿਕਾ ਨੇ ਆਪਣੀ ਬੁੱਕ ਲਿਖੀ ਸੀ, ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਪਹਿਲਾਂ ਵੀ ਆਪਣੀ ਬੁੱਕ ਵਿਲ ਕਮਾਈਲਿਕਾ ਨੇ ਲਿਖੀ ਸੀ ਮਲਟੀਕਲਚਰਿਜ਼ਮ ਸਿਟੀਜ਼ਨਸ਼ਿਪ। ਠੀਕ ਹੈ, ਜਿਸ ਅਕੋਰਡਿੰਗ ਕਲਚਰ ਰਾਈਟਸ ਦੇ ਅਧੀਨ ਹੈ ਜਿਹੜੇ ਗਰੁੱਪਸ ਐਂਡ ਇੰਡੀਵਿਜੂਅਲ ਰਾਈਟਸ ਹੈ ਜਿਹੜੇ ਪ੍ਰੋਵਾਈਡ ਕਰਵਾਏ ਜਾਂਦੇ ਹਨ। ਠੀਕ ਹੈ, ਨੈਕਸਟ ਹੈ ਮਿਨੋਰਟੀ ਰਾਈਟਸ ਦੇ ਅੰਡਰ ਇਹ ਕਿਹਾ ਜਾਂਦਾ ਹੈ ਕਿ ਨੈਸ਼ਨਲ ਮਿਨੋਰਟੀਜ਼ ਵੀ ਮਿਲਣੀ ਚਾਹੀਦੀ ਹੈ ਕਿ ਉਹਨਾਂ ਨੂੰ ਨੈਸ਼ਨਲ ਨੇਸ਼ਨ ਦੇ ਰੂਪ ਵਿੱਚ ਵੀ ਵਿਸ਼ੇਸ਼ ਅਧਿਕਾਰ ਹੈ ਜਿਹੜੇ ਪ੍ਰੋਵਾਈਡ ਕਰਵਾਏ ਜਾਂਦੇ ਹਨ। ਫੋਰ ਐਗਜ਼ਾਮਪਲ ਸੈਲਫ ਗਵਰਨਮੈਂਟ ਆਪਣੀ ਸਰਕਾਰ ਬਣਾਉਣ ਚੁਣਨ ਤੇ ਉਸ ਸੰਬੰਧੀ ਰਾਈਟਸ ਜਾਂ ਇਕੁਐਲਿਟੀ ਜਿਹੜੀ ਪ੍ਰੋਵਾਈਡ ਕਰਵਾਈ ਜਾਵੇ। ਠੀਕ ਹੈ, ਹਿਸਟੋਰੀਕਲ ਕਲੇਮਸ ਸਾਬਿਤ ਕਰਨ ਲਈ ਡਾਇਵਰਸਿਟੀ ਬਣਾਉਣ ਲਈ ਤੇ ਆਪਣੇ ਅਧਿਕਾਰ ਨੂੰ ਪਾਉਣ ਲਈ ਜਿਹੜਾ ਕਲੇਮ ਕਰਦੇ ਹਨ। ਠੀਕ ਹੈ, ਸਿਰਫ ਐਕਸਟਰਨਲ ਪ੍ਰੋਟੈਕਸ਼ਨ ਸੰਬੰਧੀ ਹੈ ਜਿਹੜਾ ਪ੍ਰੋਟੈਕਸ਼ਨ ਸੰਬੰਧੀ ਜਾਂ ਇੰਟਰਨੈਸ਼ਨਲ ਰਿਸਟ੍ਰਿਕਸ਼ਨਸ ਰਾਹੀਂ ਜਿਹੜਾ ਸਿਰਫ ਨਾ ਕੇਵਲ ਆਪਣੇ ਰਾਈਟਸ ਨੂੰ ਉਹਨਾਂ ਤੋਂ ਖੋਇਆ ਜਾਣਾ ਚਾਹੀਦਾ ਹੈ। ਠੀਕ ਹੈ, ਤਾਂ ਇਹ ਸੀ ਸਾਡੇ ਮਿਨੋਰਟੀ ਰਾਈਟਸ ਦੇ ਸੰਬੰਧੀ ਵਿਚਾਰਧਾਰਾ ਜਿਹੜੀ ਸੀਗੀ ਵਿਲ ਕਮਾਈਲਿਕਾ ਦੀ। ਓਕੇ, thanks for watching this video. If you like this video, please like, share and subscribe. Thank you.